ਮੰਦਭਾਗੀ ਗੱਲਾਂ ਕਰਦੇ ਨੇ। ਕਦੇ ਤਿਰੰਗੇ ਨੂੰ ਜਲਾਉਣ ਦੀ ਗੱਲ ਕਰਦੇ ਆ ਤੇ ਕਦੇ ਕਹਿੰਦੇ ਆ ਕਿ ਤੁਸੀਂ ਤਿਰੰਗਾ ਯਾਤਰਾ ਕੱਢ ਕੇ ਦਿਖਾਓ, ਤੁਹਾਨੂੰ ਰੋਕ ਕੇ ਦਿਖਾਵਾਂਗੇ। ਅਸੀਂ ਉਹਨਾਂ ਨੂੰ ਸਿੱਧਾ ਚੈਲੰਜ ਕਰਦੇ ਆ। ਅੱਜ ਤੁਹਾਡੇ ਸਾਹਮਣੇ ਤੁਹਾਡੇ ਸਾਰਿਆਂ ਦੇ ਮੂਹਰੇ ਰੱਖ ਕੇ ਇਹ ਗੱਲ ਕਰਦੇ ਆ ਕਿ ਅਗਰ ਤਿਰੰਗਾ ਯਾਤਰਾ ਜਦੋਂ ਅਸੀਂ ਕੱਢਦੇ ਆ ਜਾਂ ਤਿਰੰਗੇ ਦੇ ਅਪਮਾਨ ਦੇ ਵਿੱਚ ਕੋਈ ਇੱਕ ਸ਼ਬਦ ਬੋਲੇਗਾ, ਉਹ ਆਪਦਾ ਸੁੱਚਦਾ ਵਿਚਾਰ ਕੇ ਸ਼ਬਦ ਬੋਲੇ, ਕਿਉਂਕਿ ਸਾਹਮਣੇ ਉਹਦੇ ਸ਼ਿਵ ਸੈਨਾ ਹਿੰਦ ਦਾ ਇੱਕ ਕੱਟੜ ਸ਼ਿਵ ਸੈਨਿਕ ਖੜਿਆ ਹੋਏਗਾ। ਤਿਰੰਗੇ ਦੇ ਅਪਮਾਨ ਦਾ, ਤਿਰੰਗੇ ਦੇ ਖਿਲਾਫ ਬੋਲੇ ਸ਼ਬਦ ਦਾ ਖਮਿਆਜਾ ਉਹਨੂੰ ਕਾਨੂੰਨੀ ਲਹਿਜੇ ਦੇ ਨਾਲ ਵੀ ਤੇ ਸ਼ਿਵ ਸੈਨਾ ਦੇ ਲਹਿਜੇ ਨਾਲ ਵੀ ਉਹਨੂੰ ਭੁਗਤਣਾ ਹੈ। ISI ਦਾ ਪਾਲਤੂ ਕੁੱਤਾ, ਉਹਨੂੰ ਕੁੱਤਾ ਕਹਿਣਾ ਇਸ ਕਰਕੇ ਜ਼ਰੂਰੀ ਹੈ ਕਿ ਉਹ ਸਿਰਫ ਔਰ ਸਿਰਫ ਹਿੰਦੁਸਤਾਨ ਵੱਲੋਂ ਮੂੰਹ ਕਰਕੇ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਉਹ ਹਿੰਦੂ ਸਿੱਖ ਭਾਈਚਾਰਾ ਜਿਹਨੇ ਤਿਰੰਗੇ ਦੇ ਲਈ ਕੁਰਬਾਨੀਆਂ ਦਿੱਤੀਆਂ, ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਮੈਂ ਹਿੰਦੂ ਹਾਂ, ਮੈਂ ਤੇ ਸਿੱਖ ਹਾਂ। ਉਹ ਕੇਸਰੀ ਰੰਗ ਜਿਹੜਾ ਤਿਰੰਗੇ ਦੇ ਉੱਤੇ ਸਭ ਤੋਂ ਉੱਪਰ ਬਲੀਦਾਨ ਦਾ ਰੰਗ ਹੈ, ਸਾਡੇ ਹਿੰਦੂ ਸਿੱਖ ਭਾਈਚਾਰਕ ਸਾਂਝਵਾਲ ਦਾ ਰੰਗ ਹੈ, ਉਹਨੂੰ ਵੀ ਚੈਲੰਜ ਕਰਦਾ ਹੈ, ਉਹਨੂੰ ਵੀ ਦੋ ਫਾੜ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੰਦਭਾਗੀ ਗੱਲਾਂ ਕਰਦੇ ਨੇ। ਕਦੇ ਤਿਰੰਗੇ ਨੂੰ ਜਲਾਉਣ ਦੀ ਗੱਲ ਕਰਦੇ ਆ ਤੇ ਕਦੇ ਕਹਿੰਦੇ ਆ ਕਿ ਤੁਸੀਂ ਤਿਰੰਗਾ ਯਾਤਰਾ ਕੱਢ ਕੇ ਦਿਖਾਓ, ਤੁਹਾਨੂੰ ਰੋਕ ਕੇ ਦਿਖਾਵਾਂਗੇ। ਅਸੀਂ ਉਹਨਾਂ ਨੂੰ ਸਿੱਧਾ ਚੈਲੰਜ ਕਰਦੇ ਆ। ਅੱਜ ਤੁਹਾਡੇ ਸਾਹਮਣੇ ਤੁਹਾਡੇ ਸਾਰਿਆਂ ਦੇ ਮੂਹਰੇ ਰੱਖ ਇਹ ਗੱਲ ਕਰਦੇ ਆ ਕਿ ਅਗਰ ਤਿਰੰਗਾ ਯਾਤਰਾ ਜਦੋਂ ਅਸੀਂ ਕੱਢਦੇ ਆ ਜਾਂ ਤਿਰੰਗੇ ਦੇ ਅਪਮਾਨ ਦੇ ਵਿੱਚ ਕੋਈ ਇੱਕ ਸ਼ਬਦ ਬੋਲੇਗਾ, ਉਹ ਆਪਦਾ ਸੁੱਚਦਾ ਵਿਚਾਰ ਕੇ ਸ਼ਬਦ ਬੋਲੇ, ਕਿਉਂਕਿ ਸਾਹਮਣੇ ਉਹਦੇ ਸ਼ਿਵ ਸੈਨਾ ਹਿੰਦ ਦਾ ਇੱਕ ਕੱਟੜ ਸ਼ਿਵ ਸੈਨਿਕ ਖੜਿਆ ਹੋਏਗਾ। ਤਿਰੰਗੇ ਦੇ ਅਪਮਾਨ ਦਾ, ਤਿਰੰਗੇ ਦੇ ਖਿਲਾਫ ਬੋਲੇ ਸ਼ਬਦ ਦਾ ਖਮਿਆਜਾ ਉਹਨੂੰ ਕਾਨੂੰਨੀ ਲਹਿਜੇ ਦੇ ਨਾਲ ਵੀ ਤੇ ਸ਼ਿਵ ਸੈਨਾ ਦੇ ਲਹਿਜੇ ਨਾਲ ਵੀ ਉਹਨੂੰ ਭੁਗਤਣਾ ਪਏਗਾ। ਬੋਲਦਾ ਕੌਣ ਹੈ ਜਿਹੜਾ ਤਿਰੰਗੇ ਦੇ ਖਿਲਾਫ? ਇੱਕ ISI ਦਾ ਪਾਲਤੂ ਕੁੱਤਾ, ਉਹਨੂੰ ਕੁੱਤਾ ਕਹਿਣਾ ਇਸ ਕਰਕੇ ਜ਼ਰੂਰੀ ਹੈ ਕਿ ਉਹ ਸਿਰਫ ਔਰ ਸਿਰਫ ਹਿੰਦੁਸਤਾਨ ਵੱਲੋਂ ਮੂੰਹ ਕਰਕੇ ਭੌਂਕਣਾ ਸ਼ੁਰੂ ਕਰ ਦਿੰਦਾ ਹੈ, ਸਿਰਫ ਚੰਦ ਨੋਟਾਂ ਦੇ ਖਾਤਰ। ਉਹ ISI ਦਾ ਪਾਲਤੂ ਕੁੱਤਾ ਗੁਰਵੰਤ ਪੰਤ ਸਿੰਘ ਪੰਨੂ, ਉਹ ਹਮੇਸ਼ਾ ਤੋਂ ਹੀ ਕਦੇ ਸਾਡੇ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਜਿਹੜਾ ਇੱਕ 9 ਮਾਸ ਦਾ ਰਿਸ਼ਤਾ ਹੈ, ਉਹ ਹਿੰਦੂ ਸਿੱਖ ਭਾਈਚਾਰਾ ਜਿਹਨੇ ਤਿਰੰਗੇ ਦੇ ਲਈ ਕੁਰਬਾਨੀਆਂ ਦਿੱਤੀਆਂ, ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਮੈਂ ਹਿੰਦੂ ਹਾਂ, ਮੈਂ ਤੇ ਸਿੱਖ ਹਾਂ। ਉਹ ਕੇਸਰੀ ਰੰਗ ਜਿਹੜਾ ਤਿਰੰਗੇ ਦੇ ਉੱਤੇ ਸਭ ਤੋਂ ਉੱਪਰ ਬਲੀਦਾਨ ਦਾ ਰੰਗ ਹੈ, ਸਾਡੇ ਹਿੰਦੂ ਸਿੱਖ ਭਾਈਚਾਰਕ ਸਾਂਝਵਾਲ ਦਾ ਰੰਗ ਹੈ, ਉਹਨੂੰ ਵੀ ਚੈਲੰਜ ਕਰਦਾ ਹੈ, ਉਹਨੂੰ ਵੀ ਦੋ ਫਾੜ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਗੁਰਵੰਤ ਪੰਤ ਸਿੰਘ ਪੰਨੂ ਤੇ ਉਹਦੇ ਨਾਲ ਬੈਠੇ ਹੋਏ ਪੰਜਾਬ ਦੇ ਵਿੱਚ, ਸਾਡੇ ਹਿੰਦੁਸਤਾਨ ਦੇ ਵਿੱਚ ਬੈਠੇ ਚੰਦ ਗੱਦਾਰ ਕੁੱਤੇ, ਉਹਨਾਂ ਨੂੰ ਸਿੱਧਾ ਚੈਲੰਜ ਹੈ। ਕੁਝ ਜਿਵੇਂ ਲੋਕ ਕਹਿੰਦੇ ਆ ਕਿ ਜੇਕਰ ਕੋਈ ਗਲਤ ਸ਼ਬਦਾਵਲੀ ਯੂਜ਼ ਕਰਦਾ ਤਾਂ ਸਾਨੂੰ ਉਹਦਾ ਜਵਾਬ ਨਹੀਂ ਦੇਣਾ ਚਾਹੀਦਾ, ਸਾਨੂੰ ਉਹਨੂੰ। ਲੇਕਿਨ ਜੇਕਰ ਉਹ ਕਿਸੇ ਨੂੰ ਕਹਿੰਦਾ ਕਿ ਉਹਦੇ ਤਾਂ ਨਾਲ ਕੋਈ ਨਹੀਂ ਹੁੰਦਾ, 2-4 ਕੋਈ ਬੰਦੇ ਨਹੀਂ ਹੈਗੇ, ਤੇ ਤੁਸੀਂ ਜਿਹਨੇ ਇਹਨਾਂ ਰਿਐਕਟ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਵਾਬ ਦੇਣਾ ਚਾਹੂੰਗਾ, ਗ੍ਰਹਿ ਮੰਤਰਾਲੇ ਦੀ ਰਿਪੋਰਟ ਹੈ। ਤੁਸੀਂ ਕਹਿੰਦੇ ਉਹਦੇ ਨਾਲ ਨਹੀਂ, ਸਾਡੇ ਪੰਜਾਬ ਦੇ ਵਿੱਚੋਂ 9 ਅੱਤਵਾਦੀ, ਟੋਟਲ 9 ਅੱਤਵਾਦੀਆਂ ਨੂੰ ਉਹਦੇ ਨਾਲ ਸਾਡੇ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਘੋਸ਼ਿਤ ਕੀਤਾ ਹੈ। ਤੇ ਉਹ ਬਾਹਰ ਦੇ ਵਿੱਚ ਬੈਠ ਕੇ, ਵਿਦੇਸ਼ਾਂ ਦੇ ਵਿੱਚ ਬੈਠ ਕੇ ਸਾਡੇ ਹਿੰਦੁਸਤਾਨ ਦੇ, ਸਾਡੇ ਖਾਸ ਕਰ ਪੰਜਾਬ ਦੇ ਬੱਚਿਆਂ ਨੂੰ, ਉਹ ਯੁਵਾ ਬੱਚੇ ਜਿਹੜੇ ਕਦੇ ਪੰਜਾਬ ਦਾ ਭਵਿੱਖ ਤੈਅ ਕਰਨਗੇ, ਉਹਨਾਂ ਨੂੰ ਬਰਗਲਾਉਣ ਦੀ ਕੋਸ਼ਿਸ਼ ਕਰਦਾ ਹੈ। ਤੇ ਤੁਸੀਂ ਕਹਿੰਦੇ ਹੋ ਕਿ ਉਹਦੇ ਨਾਲ ਪੰਜਾਬ 'ਚ ਕੋਈ ਹੈ ਨਹੀਂ। ਮੈਂ ਕਹਿੰਦਾ ਉਹਦੇ ਨਾਲ ਪੰਜਾਬ 'ਚ ਕੋਈ ਨਹੀਂ ਹੋਏਗਾ। ਜਿਹੜੇ 2-4 ਲੋਕ ਵੀ ਹੈ, ਉਹਨਾਂ ਨੂੰ ਵੀ ਫੜ ਕੇ ਅੰਦਰ ਪਾਉਣਾ ਚਾਹੀਦਾ, ਅੰਦਰ ਦੇਣਾ ਚਾਹੀਦਾ ਹੈ, ਤਾਂ ਕਿ ਐਸੇ ਲੋਕਾਂ ਦਾ ਸਾਥ ਦੇਣਾ, ਪੋਸਟ ਸ਼ੇਅਰ ਕਰਨਾ ਜਾਂ ਕੋਈ ਵੀ ਐਸੇ ਲੋਕਾਂ ਦੀ ਹਿਮਾਇਤ ਕਰਦਾ ਹੈ, ਉਹਨੂੰ ਮੂੰਹ ਤੋੜ ਜਵਾਬ ਮਿਲੇ, ਲੋਕਾਂ ਦੇ ਦਿਲ ਦੇ ਵਿੱਚ ਦੇਸ਼ ਭਗਤੀ ਦਾ ਪਤਾ ਲੱਗੇ। ਗੁਰਵੰਤ ਪੰਤ ਸਿੰਘ ਪੰਨੂ ਵੱਲੋਂ ਬਿਆਨ ਆਇਆ ਹੈ ਕਿ 26 ਜਨਵਰੀ ਨੂੰ ਜੋ ਵੀ ਰਾਸ਼ਟਰੀ ਤਿਰੰਗੇ ਨੂੰ ਫਹਿਰਾਏਗਾ, ਉਹਨੂੰ ਫਹਿਰਾਏ ਹੋਏ ਤਿਰੰਗੇ ਨੂੰ ਕੋਈ ਪਾੜੇਗਾ, ਉਹਦਾ ਨੁਕਸਾਨ ਕਰੇਗਾ, ਉਹਨੂੰ ਮੈਂ ਇਨਾਮ ਦਊਂਗਾ। ਕੋਈ ਅਗਰ ਸਾਡੇ ਰਾਸ਼ਟਰ ਦੀ ਧਰੋਹਰ, ਸਾਡੇ ਰਾਸ਼ਟਰ ਦਾ ਮਾਨ ਸਨਮਾਨ, ਸਾਡਾ ਤਿਰੰਗਾ ਝੰਡਾ, ਉਹਨੂੰ ਲੈ ਕੇ ਕੋਈ ਯਾਤਰਾ ਕੱਢੇਗਾ ਤਾਂ ਤੁਸੀਂ ਇਕੱਠੇ ਹੋ ਕੇ ਉਹ ਯਾਤਰਾ ਨਾ ਨਿਕਲਣ ਦਿਓ। ਦੱਸੋ, ਪੰਜਾਬ ਦੇ ਵਿੱਚ एडे सूरमे होए जिन्होंने आज़ादी लई ना परिवार देखा ना कुछ होर चीज़ देखी, उन्होंने सिर्फ तिरंगे की आन मान सम्मान के लिए अपनी जाना कुर्बान कीतियां। कि वह चंद लोग, वो चंद गद्दार लोग तय करेंगे कि तिरंगा यात्रा असीं उन तो डर के असीं नहीं कड्डांगे। साडी अलग अलग थावां दे विच पूरे
ਪ੍ਰਦੇਸ਼ ਦੇ ਵਿੱਚ ਸਾਡਾ ਜਿਹੜਾ ਸ਼ਿਵ ਸੈਨਾ ਹਿੰਦ ਸੰਗਠਨ ਹੈ ਉਹ 12 ਸਟੇਟਾਂ ਦੇ ਵਿੱਚ ਤੇ 60 ਸ਼ਹਿਰਾਂ ਦੇ ਵਿੱਚ ਕੰਮ ਕਰ ਰਿਹਾ ਹੈ। 26 ਜਨਵਰੀ ਨੂੰ ਅਲੱਗ-ਅਲੱਗ ਜਗ੍ਹਾ ਦੇ ਵਿੱਚ ਸ਼ਿਵ ਸੈਨਾ ਦੇ ਕਾਰਕੁਨਾਂ ਵੱਲੋਂ, ਸ਼ਿਵ ਸੈਨਾ ਹਿੰਦ ਦੇ ਕਾਰਕੁਨਾਂ ਵੱਲੋਂ ਉੱਥੇ ਤਿਰੰਗਾ ਯਾਤਰਾ ਕੱਢੀ ਜਾਏਗੀ ਅਲੱਗ-ਅਲੱਗ ਥਾਵਾਂ ਤੇ। ਕਿੱਥੋਂ ਕਿਤੇ ਦਾ ਕੋਈ ਮੋਹਾਲੀ ਤੋਂ ਸ਼ੁਰੂ ਕੀਤੀ ਜਾਏਗੀ ਜੀ, ਖਰੜ ਤੋਂ ਸ਼ੁਰੂ ਕੀਤੀ ਜਾਏਗੀ, ਕਿੱਥੋਂ ਕਿਤੇ ਦਾ ਜਿਹੜੇ ਉਹ ਹੀ ਪੁੱਛ ਰਿਹਾ। ਖਰੜ ਤੋਂ ਸ਼ੁਰੂ ਕੀਤੀ ਜਾਏਗੀ। ਅੰਮ੍ਰਿਤਸਰ ਪੂਰੇ ਪੰਜਾਬ ਦੇ ਵਿੱਚ ਜਾਂਦੇ ਹੋਏ ਅਸੀਂ ਅੰਮ੍ਰਿਤਸਰ ਵੀ ਮੱਥਾ ਟੇਕਾਂਗੇ ਜੀ। ਹੋਰ ਜਿਹੜੇ ਐਸੇ ਧਾਰਮਿਕ ਸਥਲ ਹੈ ਉਹਨਾਂ ਦੇ ਅਸੀਂ ਮੱਥਾ ਟੇਕਦੇ ਹੋਏ ਅੱਗੇ ਨਿਕਲਾਂਗੇ ਜੀ। ਅੱਛਾ ਚੇਤਨ ਜੀ ਇਹਦਾ ਕਾਨੂੰਨੀ ਪਹਿਲੂ ਜੇਕਰ ਕੋਈ ਇਦਾਂ ਦੀ ਧਮਕੀ ਜਾਂ ਤਿਰੰਗੇ ਦੇ ਬਾਰੇ ਕੋਈ ਮਾੜੇ ਸ਼ਬਦ ਯੂਜ਼ ਕਰਦਾ ਤਾਂ ਸਰ, ਉਸਦਾ ਕੀ ਜਿਹੜਾ ਕਾਨੂੰਨ ਹੈ? शिवसेना हिंद पहले भी सेंट्रल गवर्नमेंट को एक लिखित पत्र, एक मांग पत्र दे चुकी है प्रवंत सिंह पन्नू के खिलाफ कि एक गठित टीम बनाई जाए और इसको, इस आतंकवादी को वहाँ से उठा के यहाँ लाया जाए। और जो इसने कुकर्म करे हैं हिंदू और सिख भाईचारे को बर्बाद पवाड़ पवाने की इसने कोई कोशिश मतलब छोड़ी नहीं, इसने कोई कोशिश, इसने सब वो किया है जो ये कर सकता है। एक फंडिंग की राजनीति के लिए ये वहाँ कुत्ते की तरह भौंकता है और इसके बस का कुछ नहीं है। वहाँ इसने फंडिंग इकट्ठी करनी है। अगर हम लीगल पहलू पे आ जाएं इसके, तो हम सिर्फ सेंट्रल गवर्नमेंट से, हम पहले भी 1 साल पहले भी शिवसेना हिंद मांग कर चुकी थी लीगल सेल, अब हम दोबारा फिर से मांग करेंगे कि जो हमारे देश की धरोहर है, एक ऐसी धरोहर जो सबको मान है उस पर, उसके बारे में उसने मतलब आप देखो 1947 से लेके 2022 तक के झंडे छोटे छोटे लगा के उस पर लिख के उसको आग लगाई। तेरे से बड़ा गद्दार और कौन हो सकता है? तू पैदाइश हिंदुस्तान की, तेरी मतलब औकात और फितरत तो यहीं से पता लग गई। ਅੱਛਾ ਤੁਸੀਂ ਲੀਗਲ ਜੀ ਬੈਠੇ ਹੋ ਤਿਰੰਗਾ ਦੇ ਦਿਨ ਜਾਂ ਤਿਰੰਗਾ ਚੜਾਉਣ ਦੇ ਵਿੱਚ ਪੰਜਾਬੀਆਂ ਦੀ ਬਹੁਤ ਕੁਰਬਾਨੀ ਹੁੰਦੀ ਹੈ। ਤੁਹਾਨੂੰ ਲੱਗਦਾ ਕਿ ਇੱਦਾਂ ਦੇ ਜਿਹੜੇ ਲੋਕ ਨੇ ਜਿਹੜੇ ਦੇਸ਼ ਦੇ ਕਿਨਾਰ ਕਰਨਗੇ ਨੇ ਪੰਨੂ ਵਰਗੇ, ਉਹਨਾਂ ਦੇ ਕਹੇ ਤੇ ਕੋਈ ਪੰਜਾਬੀ ਇਸ ਤਰ੍ਹਾਂ ਦੀ ਹਮਾਇਤ ਕਰੂਗਾ? ਦੇਖੋ 26 ਜਨਵਰੀ 1950 ਨੂੰ ਸਾਡੇ ਦੇਸ਼ ਨੂੰ ਸੰਵਿਧਾਨ ਮਿਲਿਆ ਸੀ, ਜਿਸ ਦੇ ਨਾਲ ਅਸੀਂ ਆਪਦੇ ਦੇਸ਼ ਵਿੱਚ ਆਜ਼ਾਦ ਮਹਿਸੂਸ ਕਰਦੇ ਹਾਂ, ਆਪਣੇ ਹੱਕ ਸੱਚ ਦੀ ਗੱਲ ਕਰਦੇ ਹਾਂ ਔਰ ਟੌਰ ਨਾਲ ਰਹਿੰਦੇ ਹਾਂ। ਪਰ ਜਿੱਥੇ ਹੀ ਗੁਰਪਤਵੰਤ ਸਿੰਘ ਪੰਨੂ ਵਰਗੇ ਗੱਦਾਰ ਲੋਕ ਪੰਜਾਬ ਤੋਂ ਜਾ ਕੇ ਬਾਹਰ ਵਸੇ ਨੇ ਔਰ ਆਪਣੇ ਹੀ ਦੇਸ਼ ਨੂੰ ਗਾਲਾਂ ਕੱਢਦੇ ਨੇ, ਆਪਣੇ ਦੇਸ਼ ਦੇ ਝੰਡੇ ਨੂੰ ਅੱਗ ਲਾਉਂਦੇ ਨੇ, ਇਹਦੇ ਵਰਗਾ ਗੱਦਾਰ ਕੋਈ ਨਹੀਂ ਹੈਗਾ। ਔਰ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਪੀੜ੍ਹੀ ਹੈ ਇਹੋ ਜਿਹੇ ਗੱਦਾਰ ਲੋਕਾਂ ਦੀ ਗੱਲਾਂ ਵਿੱਚ ਆ ਕੇ ਆਪਣੇ ਦੇਸ਼ ਦੇ ਝੰਡੇ ਨੂੰ ਅੱਗ ਲਾਉਂਦੇ ਆ ਔਰ ਇਹ ਸਹਿਣਯੋਗ ਨਹੀਂ ਹੈਗਾ, ਬਹੁਤ ਗਲਤ ਗੱਲ ਹੈ। ਮੇਰਾ ਸਵਾਲ ਇਹ ਸੀਗਾ ਵੀ ਕੀ ਤੁਹਾਨੂੰ ਲੱਗਦਾ ਕਿ ਪੰਜਾਬੀ ਇੰਨੀਆਂ ਕੁਰਬਾਨੀਆਂ ਦਿੱਤੀਆਂ ਝੰਡੇ ਲਈ ਕਿ ਕੋਈ ਪੰਜਾਬੀ ਇਹਦੀ ਹਮਾਇਤ ਕਰੂਗਾ ਕਿ ਦੇਸ਼ ਦੇ ਝੰਡੇ ਦੇ ਪ੍ਰਤੀ ਗਲਤ ਜਿਹੜੀ ਜਾਂ ਅੱਗ ਲਾਉਣੀ ਜਾਂ ਪਾੜਨਾ ਜਾਂ ਉਹਦੇ ਪ੍ਰਤੀ ਉਸਕੋ ਸਰ ਦੇਖੋ ਜਿਹੜਾ ਸੱਚਾ ਭਾਰਤੀ ਹੈਗਾ ਉਹ ਤਾਂ ਇਹ ਕੰਮ ਨਹੀਂ ਕਰ ਸਕਦਾ, ਪਰ ਜਿਹੜੇ ਗਰਮ ਖਿਆਲੀ ਲੋਕ ਨੇ ਇਹਨਾਂ ਦੀ ਗੱਲਾਂ ਵਿੱਚ ਆ ਕੇ ਭਾਰਤ ਦੇ ਜਿਹੜਾ ਝੰਡਾ ਉਹਨੂੰ ਨੁਕਸਾਨ ਪਹੁੰਚਾਉਂਦੇ ਆ, ਇਹ ਸਹਿਣ ਨਹੀਂ ਹੋਏਗਾ। ਔਰ ਅਸੀਂ ਖੁੱਲਾ ਚੈਲੰਜ ਕਰਦੇ ਪੰਨੂ ਨੂੰ ਵੀ ਜੇ ਤਾਂ ਜੇ ਵਾਕਈ ਦਮ ਹੈਗਾ ਸਾਨੂੰ ਰੋਕ ਕੇ ਦਿਖਾਵੇ। 26 ਤਰੀਕ ਨੂੰ ਸਾਡੀ ਸ਼ਿਵ ਸੈਨਾ ਹਿੰਦ ਵੱਲੋਂ ਤਿਰੰਗਾ ਮਾਰਚ ਕੱਢੀ ਜਾਵੇਗੀ, ਦਮ ਹੈ ਤਾਂ ਰੋਕ ਕੇ ਦਿਖਾਵੇ। ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਕੋਈ ਯਾਤਰਾ ਨਹੀਂ ਕਰ ਸਕਦੇ ਜੀ, ਭਾਵੇਂ ਕਿ 26 ਜਨਵਰੀ ਦੀ ਗੱਲ ਆ, ਬਹੁਤ ਜਗ੍ਹਾ ਦੇ ਅੱਜ ਮੀਟਿੰਗ ਵੀ ਜੋ ਜਾਰੀ ਕੁਝ ਸਮੇਂ ਬਾਅਦ ਪਤਾ ਲੱਗ ਜੂਗਾ ਕਿ 26 ਜਨਵਰੀ ਦਾ ਦਿਵਸ ਜਿਹੜਾ ਕਰਨੇ ਅਫੀਸ਼ੀਅਲਸ ਵੱਲੋਂ ਮਨਾਇਆ ਜਾਣਾ ਚਾਹੀਦਾ ਕੋਈ ਆਪਾਂ ਯਾਤਰਾ ਦੇਖੋ ਜੋ ਹੁਣ ਤੱਕ ਦੀ ਜੇਕਰ ਸਾਡੇ ਤਾਂ ਦਾ ਹੁਕਮ ਮੰਨਦਾ ਕਿ ਆਪਾਂ ਨਹੀਂ ਕਰੀ ਕਿ ਨਹੀਂ ਕੀਤੀ ਜਾਊਗੀ। ਦੇਖੋ ਜੋ ਸਰਕਾਰ ਦਾ ਹੁਕਮ ਹੋਏਗਾ ਉਹ ਸਾਡੇ ਸਿਰ ਮੱਥੇ ਹੈ, ਪਰ ਹੁਣ ਤੱਕ ਦੀ ਹਦਾਇਤਾਂ ਮੁਤਾਬਕ ਤੁਸੀਂ 100 ਤੇ ਉੱਪਰ ਇਕੱਠ ਨਹੀਂ ਕਰ ਸਕਦੇ। ਉਹ ਜੋ ਕਰੋਨਾ ਟਾਈਮ ਦੀਆਂ ਜਾਂ ਹੋਰ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ, ਕਿਉਂਕਿ ਅਸੀਂ ਇੱਕ ਭਾਰਤ ਦੇਸ਼ ਦੇ ਨਾਗਰਿਕ ਹਾਂ, ਅਸੀਂ ਹਮੇਸ਼ਾ ਤੋਂ ਸੰਵਿਧਾਨ ਦੀ ਹਮੇਸ਼ਾ ਕਦਰ ਕਰਦੇ ਆਏ ਹਾਂ। ਸਾਨੂੰ ਜੋ ਹਦਾਇਤਾਂ ਹੋਣਗੀਆਂ ਉਹ ਸਰਕਾਰੀ ਕਾਨੂੰਨੀ ਹਦਾਇਤਾਂ ਦੇ ਅੰਦਰ ਅਸੀਂ ਆਪਣੀ ਯਾਤਰਾ ਕੱਢਾਂਗੇ। ਅੱਛਾ ਇੱਕ ਇਲੈਕਸ਼ਨ ਕੀਰਤਨ ਜੀ ਤੁਸੀਂ ਐਡਵੋਕੇਟ ਹੋ ਪ੍ਰੋਫੈਸ਼ਨ ਤੋਂ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਤੁਸੀਂ ਇਹਨਾਂ ਦੇ ਬਿਆਨ ਸੁਣਦੇ ਹੋ ਜਾਂ ਪੜ੍ਹਦੇ ਹੋ ਕਿ ਇਹ ਸਰਕਾਰ ਤੱਕ ਨਹੀਂ ਪਹੁੰਚਦੇ ਹੋਣਗੇ ਔਰ ਸਰਕਾਰ ਇਸ ਦੇ ਉੱਤੇ ਕੋਈ ਐਕਸ਼ਨ ਨਹੀਂ ਲੈ ਰਹੀ? ਕਿਉਂਕਿ ਤਿਰੰਗਾ ਜਿਹੜਾ ਹੈਗਾ ਉਹ ਹਿੰਦੁਸਤਾਨ ਦਾ ਇੱਕ ਬਹੁਤ ਇੱਕ ਸਨਮਾਨਿਤ ਚਿੰਨ੍ਹ ਹੈ ਔਰ ਆਪਾਂ ਸਾਰੇ ਉਹਦਾ ਬਹੁਤ ਸਨਮਾਨ ਕਰਦੇ ਹਾਂ। सर फर्स्ट ऑफ ऑल आउट ऑफ जुडिक्शन चीज़ आ गई। अगर जैसे लश्कर तोयबा होगी, कोई भी आतंकवादी संगठन हो गया, एक पाकिस्तान में बैठ के, अमेरिका लंदन में बैठ के, यूएस में बैठ के कोई भी अगर गतिविधि करता है तो उसका एक लीगल टैकल अगर गवर्नमेंट की तरफ से चले, तरीका चले, तो वो एक प्रॉपर उसकी एक टीम बना के गठित करके उसको बाहर भेजा जाए तो उस तरीके से लाया जा सकता है। इसके ऊपर सरकार बेशक काम कर भी रही होगी, हमने भी कई बार मांग की है और भी कई संगठन मांग करते हैं, पर शिवसेना कंटिन्यू लगी हुई है। प्रवंत सिंह पन्नू जो ये सारी जो नेगेटिविटी फैला रहा है
हमारे लगा पड़ा बस भारत देश के पीछे झंडे को कभी लगा दो, कभी किसी को आग लगा दो, कभी किसी को आग लगा दो। पर जो गवर्नमेंट है उसको ये स्टेप लेना चाहिए। ਗੌਰਮੈਂਟ ਜਿਹੜੀ ਹੈ ਉਹ ਸਟੈਪ ਲੈ ਚੁੱਕੀ ਹੈ। ਉਹਨੇ ਪੰਨੂ ਸਮੇਤ 9 ਅੱਤਵਾਦੀਆਂ ਨੂੰ ਅੱਤਵਾਦੀ ਐਲਾਨ ਕਰ ਚੁੱਕੀ ਹੈ। ਇਹ ਜਿਹੜਾ ਉਹਦਾ ਸਿੱਖ ਫॉर ਜਸਟਿਸ ਜਿਹੜਾ ਪੇਜ ਹੈ ਉਹਨੂੰ ਬੈਨ ਕਰ ਚੁੱਕੀ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਗਵਰਨਮੈਂਟ ਉਸ ਮਾਮਲੇ ਸੀਰੀਅਸ ਨਹੀਂ ਹੈ? ਗਵਰਨਮੈਂਟ ਪੂਰੀ ਸੀਰੀਅਸ ਹੈ, ਪਰ ਸਾਡੀ ਲੜਾਈ ਅੱਜ ਦੀ ਡੇਟ ਦੇ ਵਿੱਚ ਵਿਦੇਸ਼ 'ਚ ਬੈਠੇ ਪੰਨੂ ਦੇ ਨਾਲ ਉਹ ਚੰਦ ਗੱਦਾਰ ਲੋਕਾਂ ਨਾਲ ਹੈ ਜੋ ਪੰਨੂ ਵਰਗੇ ਲੋਕਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਆਪਣੇ ਦੇਸ਼ ਨਾਲ ਗੱਦਾਰੀ ਕਰਨ ਤੱਕ ਆ ਜਾਂਦੇ ਆ। ਉਹ ਚੰਦ ਲੋਕਾਂ ਨਾਲ ਸਾਡੀ ਲੜਾਈ ਹੈ। ਉਹ ਚੰਦ ਬੱਚੇ ਜਿਹੜੇ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਆਪਣੇ ਮਾਪਿਓ ਦੀਆਂ ਕੀਤੀਆਂ ਕੁਰਬਾਨੀਆਂ ਨੇ ਦੇਖਦੇ, ਉਹ ਬਹਿਕਾਵੇ 'ਚ ਆ ਕੇ ਕੁਝ ਗਲਤ ਕਦਮ ਚੱਕ ਲੈਂਦੇ ਆ, ਕਾਨੂੰਨ ਤੋੜ ਦਿੰਦੇ ਆ, ਤਿਰੰਗੇ ਦਾ ਅਪਮਾਨ ਕਰ ਦਿੰਦੇ ਆ। ਅਸੀਂ ਉਹ ਬੱਚਿਆਂ ਨੂੰ ਵੀ ਮੁੱਖ ਧਾਰਾ ਦੇ ਵਿੱਚ ਵਾਪਸ ਲੈ ਕੇ ਆਉਣਾ ਚਾਹੁੰਦੇ ਆ। ਸਾਡੀ ਲੜਾਈ ਉਹਨਾਂ ਲੋਕਾਂ ਨਾਲ ਹੈ ਕਿ ਉਹਨਾਂ ਨੂੰ ਦੁਬਾਰਾ ਮੁੱਖ ਧਾਰਾ ਦੇ ਵਿੱਚ ਜੋੜੀਏ। ਜਿਹੜਾ ਅੱਤਵਾਦੀ ਘੋਸ਼ਿਤ ਕੀਤਾ ਉਹਨਾਂ ਨੂੰ ਕੀ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਇੱਥੇ ਤੱਕ ਫਿਕਸ ਸੀਗੀ ਜਾਂ ਉਹਨਾਂ ਦੀ ਜ਼ਿੰਮੇਵਾਰੀ ਖਤਮ ਹੋ ਗਈ? ਦੇਖੋ ਹਰ ਕਿਸੇ ਚੀਜ਼ ਦੀਆਂ ਕੁਝ ਕਾਨੂੰਨੀ ਪ੍ਰਕਿਰਿਆ ਹੁੰਦੀਆਂ ਹੈ ਜੀ। ਹੋਰ ਵੀ ਤੁਹਾਨੂੰ ਪਤਾ ਹੋਏਗਾ ਬੜੇ ਅੱਤਵਾਦੀ ਐਸੇ ਰਹੇ ਹੈ ਜਿਨ੍ਹਾਂ ਨੇ ਵਿਦੇਸ਼ਾਂ ਜਾ ਕੇ ਪੋਲੀਟੀਕਲ ਸਟੇਆਂ ਲੈ ਲਈਆਂ, ਫਿਰ ਵੀ ਉਹਨਾਂ ਨੂੰ ਸਾਡੀ ਗਵਰਨਮੈਂਟ ਲੈ ਕੇ ਆਈ ਹੈ, ਇੱਥੇ ਵਾਪਸ ਲੈ ਕੇ ਆਈ ਹੈ। ਉਹ ਕਾਨੂੰਨੀ ਕਾਰਵਾਈਆਂ ਜਦੋਂ ਪੂਰੀਆਂ ਹੋਣੀਆਂ ਉਦੋਂ ਉਹ ਜਿਹੜਾ ਅੱਤਵਾਦੀ ਆ ਉਹ ਇੱਥੇ ਤੁਹਾਡੇ ਹਿੰਦੁਸਤਾਨ 'ਚ ਹੋਏਗਾ। ਔਰ ਅਸੀਂ ਇਸ ਮੰਚ ਤੋਂ ਵਾਅਦਾ ਕਰਦੇ ਹਾਂ ਸ਼ਿਵ ਸੈਨਾ ਹਿੰਦ ਦਾ ਇੱਕ ਮੈਂਬਰ, ਉਹ ਚਾਹੇ ਆਪਣਾ ਘਰੋਂ ਸੋਨਾ ਲੈ ਕੇ ਆਵੇ, ਚਾਹੇ ਉਹ ਗਿਰਵੀ ਰੱਖੇ ਆਪਣੀ ਪ੍ਰਾਪਰਟੀ ਨੂੰ, ਜੋ ਪੰਨੂ ਨੂੰ ਇੱਥੇ ਲੈ ਕੇ ਆਉਣ ਦਾ ਖਰਚਾ ਹੋਏਗਾ ਸ਼ਿਵ ਸੈਨਾ ਹਿੰਦ ਦੀ ਪੂਰੀ ਟੀਮ ਆਪਣੇ ਸਿਰ ਤੇ ਚੱਕੇਗੀ। ਭੱਟੀ ਸਾਹਿਬ, ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੁੰਦੀਆਂ ਨੇ, ਚਾਹੇ ਮੰਡੀ ਦੇ ਵਿੱਚ ਜਿਹੜਾ ਮੌੜ ਦੇ ਵਿੱਚ ਬੰਬ ਬਲਾਸਟ ਹੋਇਆ ਸੀ, ਲੁਧਿਆਣੇ ਬੰਬ ਬਲਾਸਟ ਹੋਇਆ, ਸਿੱਖ ਧਰਮ ਦੇ ਵਿੱਚ ਬੇਅਦਬੀਆਂ ਹੋ ਜਾਂਦੀਆਂ ਨੇ, ਹਿੰਦੂ ਧਰਮ ਦੇ ਵਿੱਚ ਹੋ ਜਾਂਦੀਆਂ ਨੇ, ਜਾਂ ਇੱਦਾਂ ਦੇ ਪੰਨੂ ਵਰਗੇ ਲੋਕ ਇੱਦਾਂ ਦੀ ਚਾਲਾਂ ਚੱਲਦੇ ਨੇ, ਇਹਦੇ ਨਾਲ ਤੁਹਾਨੂੰ ਲੱਗਦਾ ਕਿ ਇਲੈਕਸ਼ਨਾਂ ਦੀ ਦੇਰ ਨੂੰ ਇੱਦਾਂ ਦਾ ਮਾਹੌਲ ਚਾਹ ਕੇ ਕ੍ਰੀਏਟ ਕੀਤਾ ਜਾਂਦਾ ਤਾਂ ਕਿ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਇਲੈਕਸ਼ਨ ਪੈਦਾ ਹੋਵੇ? ਦੇਖੋ ਮੈਂ ਹਮੇਸ਼ਾ ਤੋਂ ਤੁਹਾਨੂੰ ਇਹੀ ਗੱਲ ਕਹਿੰਦਾ ਆਇਆ ਵੀ ਜਿਹੜੇ ਸਾਡੇ ਹਿੰਦੁਸਤਾਨ ਦੇ ਵਿੱਚ ਬਾਹਰ ਬੈਠੇ ਜਾਂ ਪਾਕਿਸਤਾਨ ਦੀ ISI ਜਿਹੜੀ ਏਜੰਸੀ ਹੈ ਉਹ ਕਦੇ ਵੀ ਇਹ ਨਹੀਂ ਚਾਹੁੰਦੀ ਕਿ ਜਿਹੜਾ ਸਾਡਾ ਪੰਜਾਬ, ਖਾਸ ਕਰ ਪੰਜਾਬ ਦੀ ਗੱਲ ਕਰਨ ਲੱਗਿਆ, ਜਿਹੜਾ ਸਾਡਾ ਪੰਜਾਬ ਬੜੀ ਮੁਸ਼ਕਲ ਦੇ ਨਾਲ ਅੱਤਵਾਦ ਦਾ ਸੰਤਾਪ ਭੋਗ ਕੇ ਬੜੀ ਮੁਸ਼ਕਲ ਦੇ ਨਾਲ ਅਮਨ ਸ਼ਾਂਤੀ ਨਾਲ ਬੈਠਿਆ ਹੈ, ਪਾਕਿਸਤਾਨ ਦੀ ISI ਏਜੰਸੀ ਔਰ ਹੋਰ ਜਿਹੜੇ ਬਾਹਰ ਬੈਠੇ ਅੱਤਵਾਦੀ ਆ ਹਮੇਸ਼ਾ ਤੇ ਸਾਡੇ ਪੰਜਾਬ ਨੂੰ ਬਰੂਦ ਦੇ ਢੇਰ ਤੇ ਬਿਠਾਉਣਾ ਚਾਹੁੰਦੇ ਆ, ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਭੂ ਲਾਉਣਾ ਚਾਹੁੰਦੇ ਆ, ਪੰਜਾਬ ਦੇ ਯੂਥ ਨੂੰ ਹੋਰ ਗੱਲਾਂ ਦੇ ਵਿੱਚ ਭੜਕਾ ਕੇ ਗਲਤ ਸ਼ਬਦਾਵਲੀ ਵਰਤ ਕੇ ਹਿੰਦੁਸਤਾਨ ਦੇ ਝੰਡੇ ਬਾਰੇ ਜਾਂ ਹਿੰਦੁਸਤਾਨ ਦੇ ਸੰਵਿਧਾਨ ਬਾਰੇ ਪੰਜਾਬ ਦੇ ਯੂਥ ਨੂੰ ਗਲਤ ਮੋੜ ਤੇ ਲੈ ਕੇ ਜਾਣਾ ਚਾਹੁੰਦੇ ਆ, ਉਹਨਾਂ ਨੂੰ ਗਲਤ ਰਸਤੇ ਤੇ ਪਾਉਣਾ ਚਾਹੁੰਦੇ ਆ। ਸ਼ਿਵ ਸੈਨਾ ਹਿੰਦ ਹਮੇਸ਼ਾ ਤੋਂ ਉਹ ਯੁਵਾਵਾਂ ਨੂੰ ਵੀ ਅਪੀਲ ਕਰਦੀ ਰਹੀ ਹੈ, ਕੋਸ਼ਿਸ਼ ਕਰਦੀ ਰਹੀ ਹੈ ਕਿ ਤੁਸੀਂ ਆਓ, ਤੁਸੀਂ ਮੁੱਖ ਧਾਰਾ ਦੇ ਵਿੱਚ ਵਾਪਸ ਆਓ। ਸਾਡਾ ਹਮੇਸ਼ਾ ਤੋਂ ਪਹਿਲਾ ਧਰਮ ਕਹਿੰਦੇ ਨਾ ਵੀ ਤੁਹਾਡਾ ਸਭ ਤੋਂ ਵੱਡਾ ਧਰਮ ਕਿਹੜਾ? ਅਗਰ ਮੈਂ ਕਹਾਂ ਮੈਂ ਹਿੰਦੂ, ਸਿੱਖ, ਮੁਸਲਿਮ, ਈਸਾਈ, ਨਹੀਂ, ਸਭ ਤੋਂ ਪਹਿਲਾਂ ਮੇਰਾ ਰਾਸ਼ਟਰ ਸਰਬੋਪਰੀ ਹੈ, ਸਭ ਤੋਂ ਉੱਪਰ ਮੇਰਾ ਰਾਸ਼ਟਰ ਹੈ, ਸਭ ਤੋਂ ਉੱਪਰ ਮੇਰਾ ਤਿਰੰਗਾ ਹੈ। ਅਸੀਂ ਉਸ ਤਿਰੰਗੇ ਦੀ ਛਾਂ ਦੇ ਹੇਠ ਐਡਾ ਮਾਣ ਮਹਿਸੂਸ ਕਰਦੇ ਹਾਂ। ਕਿਸੇ ਵੀ ਏਜੰਸੀ ਦੀ ਐਡੀ ਹਿਮਾਕਤ ਨਹੀਂ ਹੋਣ ਦੇਵਾਂਗੇ। ਕਾਨੂੰਨੀ ਤਰੀਕੇ ਨਾਲ ਵੀ ਲੜਾਂਗੇ, ਸ਼ਿਵ ਸੈਨਿਕ ਤਰੀਕੇ ਨਾਲ ਵੀ ਲੜਾਂਗੇ। ਐਸੀ ਏਜੰਸੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ।